ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸਟੂਡੈਂਟਸ, ਅੱਜ ਆਪਾਂ ਜਿਹੜਾ ਟੌਪਿਕ ਡਿਸਕਸ ਕਰਨਾ ਹੈ ਉਹ ਹੈਗੇ ਆ ਨੂਮੈਰੀਕਲਸ ਆਫ ਫੈਰਾਡੇਜ਼ ਲਾ, ਦੈਟ ਇਜ਼ ਨੂਮੈਰੀਕਲਸ ਪ੍ਰੋਬਲਮ ਬੇਸਡ ਅਪੋਨ ਫੈਰਾਡੇਜ਼ ਫਸਟ ਲਾ। ਸੋ ਪਹਿਲਾਂ ਆਪਾਂ ਜਿਹੜੀਆਂ ਨੂਮੈਰੀਕਲਸ ਪ੍ਰੋਬਲਮ ਕਰਨੀ ਹੈ, numerical problems based on Faraday's first law of electrolysis. सो स्टूडेंट्स, ये प्रॉब्लम है, जिस तरह मेरे को प्रॉब्लम है, एग्जाम्पल है 3.95 ग्राम ऑफ सिल्वर इज डिपॉजिटेड बाय 2 एम्पेयर करंट थ्रू सिल्वर नाइट्रेट सोल्यूशन, कैलकुलेट द टाइम टेकन फॉर द डेपोजिशन ऑफ सिल्वर। राइट, सो फैराडे दे जिन्ने ਜਿਹੜੇ ਵੀ ਲਾ ਹੈ, ਇਹ ਫੈਰਾਡੇ ਦੇ ਜਿੰਨੇ ਵੀ ਨੂਮੈਰੀਕਲ ਹੋਣਗੇ, ਇਹ ਤਕਰੀਬਨ ਸਾਰੇ ਦੇ ਸਾਰੇ ਨੂਮੈਰੀਕਲ ਜਿਹੜੇ ਆ ਜਿਹਦੇ 'ਚ ਅਸੀਂ ਫਸਟ ਲਾ ਦੇ ਆ ਤਾਂ ਫਾਰਮੂਲਾ ਕੀ ਯੂਜ਼ ਕਰਨਾ ਅਸੀਂ, ਦੈਟ ਇਜ਼ W ਇਜ਼ ਇਕੁਅਲ ਟੂ I ਇੰਟੂ T ਇੰਟੂ Z ਵਾਲਾ। ਰਾਈਟ, ਸੋ ਇਸ ਨੂਮੈਰੀਕਲ ਦੇ ਵਿੱਚ ਉਹਨੇ ਸਾਨੂੰ ਕਿਹਾ 3.95 ਗ੍ਰਾਮ ਆਫ ਸਿਲਵਰ ਇਜ਼ ਡਿਪੋਜ਼ਿਟਡ ਬਾਏ 2 ਐਂਪੀਅਰ ਕਰੰਟ। ਰਾਈਟ, W ਦਿੱਤਾ ਹੋਇਆ। How you have to solve this numerical? ਸਾਨੂੰ ਇਹਦੇ ਵਿੱਚ W ਦਿੱਤਾ ਹੋਇਆ। What is the value of W? 3.95 ग्राम। राइट, फिर उस तो बाद करंट ਦਿੱਤਾ ਹੋਇਆ, I ਦੀ वैल्यू ਦਿੱਤੀ ਹੋਈ ਹੈ, that is 2 एम्पेयर करंट ਦਿੱਤਾ ਹੋਇਆ। ठीक है, फिर T ਦੀ वैल्यू कैलकुलेट करनी है ਤੁਸੀਂ। सो हाउ यू कैन T मतलब किन्ने टाइम ਦੇ ਵਿੱਚ ਇੰਨਾ ਜਿਹੜਾ ਮਾਸ ਹੈ ਉਹ ਡਿਪੋਜ਼ਿਟ ਹੋਊਗਾ। ਸੋ ਇੱਥੇ ਅਸੀਂ ਫੈਰਾਡੇ ਦੇ ਫਸਟ ਲਾ ਦਾ ਨੂਮੈਰੀਕਲ ਹੈ, ਇਹ ਵੈਲਿਊ ਤੋਂ ਪਤਾ ਲੱਗ ਜਾਣਾ ਫਸਟ ਦਾ ਹੈ ਕਿ ਸੈਕਿੰਡ ਦਾ ਹੈ। ਠੀਕ ਹੈ, ਫਾਰਮੂਲਾ ਹੀ W ਇਜ਼ ਇਕੁਅਲ ਟੂ I ਇੰਟੂ T ਇੰਟੂ Z। ਰਾਈਟ, ਹੁਣ ਇਹਦੇ ਨੂਮੈਰੀਕਲ ਦੇ ਵਿੱਚ ਕੈਮੀਕਲ ਇਕੁਇਲੈਂਟ ਆਫ ਸਿਲਵਰ ਜਿਹੜਾ ਦਿੱਤਾ ਹੋਇਆ, ਦੈਟ ਇਜ਼ 0.0011। ਰਾਈਟ, ਸੋ ਇੰਨੀ ਦੀ ਵੈਲਿਊ ਦਿੱਤੀ ਹੋਈ ਹੈ, Z ਦੀ ਵੈਲਿਊ, ਦਿਸ ਇਜ਼ ਦ ਵੈਲਿਊ ਫॉर Z, ਕੈਮੀਕਲ ਇਕੁਇਲੈਂਟ ਆਫ ਸਿਲਵਰ ਦਾ। ਸੋ ਦਿਸ ਇਜ਼ ਦ ਇਲੈਕਟ੍ਰੋਕੈਮੀਕਲ ਇਕੁਇਲੈਂਟ, ਇਹਨੂੰ ਅਸੀਂ ਕਹਿੰਦੇ ਆ ਇਲੈਕਟ੍ਰੋਕੈਮੀਕਲ ਇਕੁਇਲੈਂਟ ECE। ਰਾਈਟ, Z ਦੀ ਵੈਲਿਊ। ਸੋ ਇਹ ਸਾਰੀਆਂ ਵੈਲਿਊ ਸਾਨੂੰ ਪ੍ਰੋਵਾਈਡਡ ਹੈ, ਤਾਂ ਫਾਰਮੂਲਾ ਕਿਵੇਂ ਲਗਾਉਣਾ, W ਇਜ਼ ਇਕੁਅਲ ਟੂ Z ਇੰਟੂ I ਇੰਟੂ T। ਹੁਣ ਅਸੀਂ T ਕੱਢਣਾ, T ਨੂੰ ਇੱਧਰਲੀ ਸਾਈਡ 'ਤੇ ਰੱਖ ਲਓ, ਬਾਕੀ ਚੀਜ਼ਾਂ ਉੱਧਰ ਜਾਣਗੇ। W ਇਜ਼ ਇਕੁਅਲ ਟੂ Z ਇੰਟੂ I ਦੀ ਵੈਲਿਊ ਇੱਧਰ ਆ ਗਈ। ਰਾਈਟ, ਇਸ ਤਰੀਕੇ ਦੇ ਨਾਲ ਅਸੀਂ W ਦੀ ਵੈਲਿਊ ਸਾਡੇ ਕੋਲ ਹੈਗੇ 3.95 ਗ੍ਰਾਮ, ਸਾਡੇ ਕੋਲ ਕਰੰਟ ਹੈਗਾ 2 ਐਂਪੀਅਰ ਦਾ, ਔਰ ਇਲੈਕਟ੍ਰੋਕੈਮੀਕਲ ਇਕੁਇਲੈਂਟ ਦੀ ਵੈਲਿਊ ਹੈਗੀ 0.0011। ਇਹ ਸਾਰੀਆਂ ਵੈਲਿਊ ਸਬਸਟੀਟਿਊਟ ਕਰ ਦਿਓ, ਸਾਡੇ ਕੋਲ ਜਿਹੜਾ ਟਾਈਮ ਆ ਜਾਊਗਾ ਦੈਟ ਵਿਲ ਬੀ 1795 ਸੈਕਿੰਡ। ਸੋ ਦਿਸ ਇਜ਼ ਦਾ ਆਂਸਰ। ਟਾਈਮ ਦੀ ਵੈਲਿਊ ਕੱਢਣੀ ਸੀ, ਦਿਸ ਇਜ਼ ਦਾ ਆਂਸਰ। ਸੋ ਇਹ ਫੈਰਾਡੇ ਸੈਕਿੰਡ ਲਾ ਫਸਟ ਲਾ ਦੇ ਨਾਲ ਰਿਲੇਟਡ ਨੂਮੈਰੀਕਲ ਇੱਦਾਂ ਦੇ ਹੀ ਆਉਣਗੇ ਤੁਹਾਨੂੰ, ਜਿਨ੍ਹਾਂ ਦੇ ਵਿੱਚ ਕਿਸੇ ਦੇ ਵਿੱਚ ਤੁਸੀਂ W ਦੀ ਵੈਲਿਊ ਕੱਢਣੀ ਹੋਊਗੀ, ਕਿਸੇ ਦੇ ਵਿੱਚ I ਦੀ ਵੈਲਿਊ ਕੱਢਣੀ ਹੋਊਗੀ, ਜਾਂ ਕਿਸੇ ਦੇ ਵਿੱਚ Z ਦੀ ਵੈਲਿਊ ਵੀ ਕੱਢਣੀ ਜਿਹੜੀ ਆ ਉਹ ਆ ਸਕਦੀ ਹੈ। ਇਸ ਤਰ੍ਹਾਂ ਦਾ ਅਗਲਾ ਨੂਮੈਰੀਕਲ ਆਪਾਂ ਦੇਖਦੇ ਹਾਂ, ਕੈਲਕੂਲੇਟ ਦ weight of copper deposited when a current of 0.5 ampere is passed for 15 minutes। सो मैं बाकी न्यूमेरिकल्स ते हिंट ही दूंगी। ठीक है, तो सो देन अगला न्यूमेरिकल कैलकुलेट द वेट ऑफ कॉपर डिपॉजिटेड, मतलब इस न्यूमेरिकल दे विच असी की चीज़ कैलकुलेट करनी है। पहले ही लाइन तो सानू पता लग गया कि असी की कैलकुलेट करना है, W दी वैल्यू। कॉपर डिपॉजिटेड वैन ए करंट ऑफ 0.5 एम्पेयर, I दी वैल्यू सानू दिती हुई है 0.5 एम्पेयर दिती हुई है। इस पास्ट फॉर 15 मिनट, टाइम दिता होया 15 मिनट, 15 ਨੂੰ 60 ਦੇ ਨਾਲ ਮਲਟੀਪਲਾਈ ਕਰ ਦੋ, ਸਾਡੇ ਕੋਲ ਸੈਕਿੰਡਸ ਆ ਜਾਣਗੇ। ਅੱਗੇ ਥਰੂ ਦਾ ਸੋਲੂਸ਼ਨ ਆਫ ਕਾਪਰ ਸਲਫੇਟ, ਇਲੈਕਟ੍ਰੋਕੈਮੀਕਲ ਇਕੁਇਲੈਂਟ ਆਫ ਕਾਪਰ ECE ਆਫ ਕਾਪਰ, Z ਦੀ ਵੈਲਿਊ ਦਿੱਤੀ ਹੋਈ ਹੈ, ਦੈਟ ਇਜ਼ 0.00032। ਰਾਈਟ, ਸੋ ਇਸ ਨੂਮੈਰੀਕਲਸ ਦੇ ਵਿੱਚ ਕਿਹੜੇ ਕਿਹੜੇ ਪੈਰਾਮੀਟਰ ਸਾਨੂੰ ਦਿੱਤੇ ਹੋਏ ਆ, ਕਿਹੜੇ ਕੈਲਕੂਲੇਟ ਕਰਨੇ ਆ, ਉਹ ਅਸੀਂ ਇੱਕ ਸਾਈਡ 'ਤੇ ਰੱਖ ਲੈਣੇ ਆ। ਸੋ ਸਟੂਡੈਂਟਸ
सानू जिहड़ी वैल्यू दित्तियां होईयां ਉਹ ਸਾਰੀਆਂ पुट कर दो। W की वैल्यू असीं कैलकुलेट करनी है। W विल बी 0.5 इंटू मल्टीप्लाई करके 900 सैकेंड आ गया साडे कोल, राइट। 900 इंटू 0.0032, राइट। इन्हां सारिया वैल्यू नूं पुट करो, साडे कोल आंसर कितना आ गया 0.144 ग्राम। ये W का आंसर आ गया। सो इन दिस वे तुहानू जिहड़ा भी पैरामीटर दिता होया वो कढ लो, जिहड़ा नहीं दिता होया उहदी वैल्यू कैलकुलेट करनी है, ठीक है। सो नैक्सट न्यूमैरिकल देखो, वट वेट ऑफ द कॉपर विल बी डिपॉजिटेड व्हेन 2 फैराडे ऑफ इलैक्ट्रिसिटी इज पास थ्रू द क्यूप्रिक साल्ट डिजोल्व इन द वाटर, राइट। कापर का कोई साल्ट है पानी दे विच डिजोल्व किया होया, वट वेट ऑफ कॉपर विल बी डिपॉजिटेड। हुण इस न्यूमैरिकल दे विच भी आपां किहड़ी चीज़ कढनी है, W की वैल्यू कढनी है, राइट। दिता की होया सानू 2 फैराडे ऑफ इलैक्ट्रिसिटी। इत्थे हुण चार्ज की वैल्यू दिती हुई है राजे, साडे कोल करंट की वैल्यू नहीं दिती हुई, राइट। तो इस जगह ते असी न्यूमैरिकल सीधा ही ए वाला यूज़ करना है, दैट इज दैट विल बी 2 फैराडे ऑफ इलैक्ट्रिसिटी इज पास थ्रू द क्यूप्रिक साल्ट डिजोल्व इन वाटर। सो W की वैल्यू कैलकुलेट करनी है। W किहदे बराबर है, Z इंटू दैट इज Q, राइट। Q की वैल्यू सानू दिती हुई है, चार्ज कितना है 2 फैराडे दिता होया। असी Z की वैल्यू इस न्यूमैरिकल दे विच नहीं दिती हुई। नाउ यू हैव टू कैलकुलेट फस्ट वैल्यू, असी Z की कैलकुलेट करांगे। W असी कैलकुलेट करना है, Q सानू दिता होया 2 फैराडे, राइट। और Z की वैल्यू भी नहीं दिती हुई, तो Z वैल्यू की वैल्यू कढ़न का तरीका की है, Z इज इक्वल टू जिहड़ा भी साल्ट दिता होया उहदा इक्विवेलेंट मास डिवाइडेड बाय 96,500 कूलम चार्ज। 96,500 कूलम चार्ज नूं वैसे असीं 1 फैराडे भी कह दिंदे हां, राइट। सो इहदे च हुण इक्विवेलेंट मास कढना है साडे कोल। वट इज द इक्विवेलेंट मास ऑफ कापर, इक्विवेलेंट मास ऑफ कापर। कापर का इक्विवेलेंट मास कढ़न का फार्मूला हुंदा एटॉमिक मास का, जिन्ना भी होया एटॉमिक वेट डिवाइडेड बाय इट्स वैलेंसी। एटॉमिक वेट कापर का हुंदा 63.5 और वैलेंसी कापर की हुंदी है +2। सिंपलीफाई करके 31.75 ग्राम इक्विवेलेंट आ जाऊगा दा इक्विवेलेंट मास, राइट। सो हुण राजे साडे कोल फार्मूला लगा लिए, राइट। फार्मूला की होगा, जिहड़ी Z की वैल्यू है वो किहदे बराबर आ गई 31.75 डिवाइडेड बाय 1 फैराडे, राइट। हुण Z की वैल्यू पुट कर दो इहदे ते, W इज इक्वल टू 31.75 1 फैराडे इंटू 2 फैराडे। सिंपलीफाई करांगे आंसर साडे कोल आ जाऊगा 63.5 ग्राम। So this is the way how you can calculate this numerical. Again, the calculate the equivalent weight of the metal when 3.6 gram of metal was deposited by the current of 3 ampere for 50 minutes. ਹੁਣ ਇੱਥੇ metal ਦਾ equivalent mass ਕੱਢਣਾ ਹੈ, राइट। ਸਾਨੂੰ weight ਦਿੱਤਾ ਹੋਇਆ, टाइम ਦਿੱਤਾ ਹੋਇਆ, टाइम ਨੂੰ सेकंड चेंज कर लो, करंट ਦੀ वैल्यू ਦਿੱਤੀ है in ampere, ਸਾਡੇ ਕੋਲ W ਦੀ वैल्यू है Z into I into T, राइट। ਤਾਂ ਰਾਜੇ ਸਾਡੇ ਕੋਲ ਇਸ ਹੋਲ ਨੂਮੈਰੀਕਲ ਦੇ ਵਿੱਚ ਕਿੱਦਾਂ ਸੋਲਵ ਕਰਨਾ, ਪਹਿਲਾਂ Z ਦੀ ਵੈल्यू ਕੱਢ ਲਓ। ਆ ਸਾਡੇ ਕੋਲ Z ਦੀ ਵੈल्यू ਆ ਗਈ, ਠੀਕ ਹੈ। Z ਦੀ ਵੈल्यू ਜਿਹੜੀ ਹੈ ਇਹ ਕਿਹਦੇ ਬਰਾਬਰ ਹੁੰਦੀ ਹੈ, ਇਕੁਇਵਲੈਂਟ ਮਾਸ ਡਿਵਾਈਡਡ ਬਾय 1 ਫੈਰਾਡੇ ਚਾਰਜ 96,500, ਠੀਕ ਹੈ। ਹੁਣ ਅਸੀਂ ਇਕੁਇਵਲੈਂਟ ਮਾਸ ਕੱਢਣਾ ਹੈ। ਇਕੁਇਵਲੈਂਟ ਮਾਸ ਨੂੰ ਇੱਧਰਲੀ ਸਾਈਡ ਤੇ ਰੱਖਣਾ, Z ਦੀ ਵੈल्यू ਨੂੰ 96,500 ਦੇ ਨਾਲ ਮਲਟੀਪਲਾਈ ਕਰ ਦੇਣਾ, ਦੈਨ ਯੂ ਕੈਨ ਕੈਲਕੂਲੇਟ ਦਿਸ ਇਜ਼ ਦ ਇਕੁਇਵਲੈਂਟ ਮਾਸ। ਜਿਹੜੀ ਵੀ ਮੈਟਲ ਦਿੱਤੀ ਹੋਈ ਹੈ, ਕਿਹੜੀ ਮੈਟਲ ਹੈ, ਕਾਪਰ ਹੈ। सो ਜਿਹੜੀ ਵੀ ਮੈਟਲ ਦਿੱਤੀ ਹੋਈ ਸੀ ਉਹਦਾ ਇਕੁਇਵਲੈਂਟ ਮਾਸ ਸਾਡੇ ਕੋਲ ਕੈਲਕੂਲੇਟ ਹੋ ਗਿਆ। ਅੱਗੇ ਅਗਲਾ ਨੂਮੈਰੀਕਲ, ਹਾਊ ਮਚ ਟਾਈਮ ਵਿਲ ਇਟ ਟੇਕ ਟੂ ਡਿਪੋਜ਼ਿਟ 0.3 ਗ੍ਰਾਮ ਆਫ ਮੈਟੈਲਿਕ ਨਿਕਲ ਔਨ ਮੈਟਲ ਆਬਜੈਕਟ ਯੂਜ਼ਿੰਗ ਕਰੰਟ ਆਫ 2 ਐਂਪੀਅਰਸ। ਹਾਊ ਮਚ ਟਾਈਮ, ਇੱਥੇ ਅਸੀਂ ਟਾਈਮ ਕੱਢਣਾ, ਪਹਿਲਾਂ ਹੀ ਉਹਨੇ ਸਟੇਟਮੈਂਟ 'ਚ ਦੱਸ ਰਿਹਾ। डिपॉजिट 0.35 W की वैल्यू दी हुई है, यूजिंग करंट ऑफ 2 एम्पेयर करंट की वैल्यू दी हुई है। सो W C ते करंट की वैल्यू T की वैल्यू दी हुई है,
ठीक है। तो ये राजे साडे कोल इहदा इक्विलेंट मास दिता होया निकल दा, तो लेकिन इहदी Z की वैल्यू कड्ढनी है। तो जिन्ना इक्विलेंट मास दिता होया उन्होंने 96,500 दे नाल डिवाइड करके कैलकुलेट कर लो, जो भी Z की वैल्यू आई है ये सबसटीट्यूट करके साडे कोल टाइम जिहड़ा आ गया 9.72 मिनट आ गया। सो इन्हां न्यूमैरिकल्स दे विच मतलब किते तुहानूं टाइम पुछया जाऊगा, किते तुहानूं Z की वैल्यू कड्ढनी पूछी जाऊगी, किते W की वैल्यू कड्ढनी पूछी जाऊगी। सो ये सी न्यूमैरिकल राजे साडे कोल फैराडे फर्स्ट ला दे और बहुत ज़्यादा इंपॉर्टेंट न्यूमैरिकल है। तकरीबन इन्हां दे विचों ये न्यूमैरिकल एक आंदा ही हैगा साडे कोल। नैक्सट है राजे साडे कोल अगला जिहड़ा असीं न्यूमैरिकल करने फैराडे सैकेंड ला ऑफ इलैक्ट्रोलिसिस दे। फैराडे सैकेंड ला ते फर्स्ट ला दी जिहड़ी डेफिनेशन है देखण नूं ही समझ आ जाऊगी कि ये फर्स्ट ला दे न्यूमैरिकल है या सैकेंड ला दे। When same current was passed through copper sulfate and silver nitrate solution, 50 gram of copper was deposited. Calculate the mass of silver deposited. Equivalent mass of silver is 108. Equivalent mass of copper is 31.8. Right? So when same current was passed through copper sulfate and silver nitrate, इत्थे हुण देखो दो इलैक्ट्रोलाइट अलग अलग दिते हुए आ ते सेम करंट पास करना, तो स्टेटमेंट पढ़ के ही पता लगता है कि ये सैकेंड लॉ दे न्यूमैरिकल्स है। ठीक है, तो साडे कोल W कॉपर दा किन्ना मास डिपॉजिट होया 50 ग्राम, सिल्वर दा असी किन्ना मास डिपॉजिट होया वो कढ़ना है। ठीक है, सो इस न्यूमैरिकल नूं किस तरह तुसी सॉल्व करोगे। फर्स्ट मास ऑफ कॉपर डिपॉजिटेड दैट इज 50 ग्राम, ये साडे कोल W1 मान लैने असीं। ठीक है, मास ऑफ सिल्वर डिपॉजिटेड ये कैलकुलेट करना है, इन्हों से W2 मान लेने हैं। राइट, दैन इक्विवेलेंट मास ऑफ ये सोल्यूशन है जिहड़ा न्यूमैरिकल दी स्टेटमेंट में पढ़ी है। इक्विवेलेंट मास ऑफ सिल्वर या कॉपर, इक्विवेलेंट मास ऑफ कॉपर जिन्हों तुसी E1 लिख लो। राइट, इक्विवेलेंट मास ऑफ कॉपर that is 31.8 gram, and similarly equivalent mass of silver, equivalent mass of silver जिन्हों तुसी E2 मान लो, so that is 108 gram। right, so फिर फार्मूला लगाओ from Faraday's second law of electrolysis, right, that is W1 over W2 is equal to E1 over E2। सारियां वैल्यू सबस्टिट्यूट कर दियो। W1 कितना है 50, W2 कढ़ना है X मान लो इनू, E1 कितना साढ़े कोल 31.8, E2 कितना 108। सो X में एक साइड ते रख लो। सो इनू असी सॉल्व करांगे तो जिहड़ा मास ऑफ इनू X नहीं मानते आपां कितना मन्निया सी W2 मन्निया सी। राइट, क्रिस क्रॉस करो, W2 की वैल्यू कट लो। W2 विल बी इक्वल टू दैट इज 50 इंटू 108 डिवाइडेड बाय 31.8। सो इनू तुसी सॉल्व करोगे तो तुहाडे कोल जिहड़ा आंसर है दैट मस्ट बी 169.85 gram। So in this way you can calculate the जो भी फैराडे सेकेंड लॉ नाल रिलेटेड न्यूमैरिकल जिहड़े वो कैलकुलेट कर सकते हो। दैन अगला न्यूमैरिकल भी आप देख लिए। वैन द सेम क्वांटिटी ऑफ इलैक्ट्रिसिटी इज पास थ्रू कॉपर सल्फेट एंड सिल्वर नाइट्रेट सोल्यूशन कनेक्टेड इन सीरी, द masses of copper and silver deposited is 0.635 and this one, calculate the equivalent mass of copper taken silver 108।
ਸੋ ਇਹਦੇ ਕੇਸ ਦੇ ਵਿੱਚ ਇਕੁਇਲੈਂਟ ਮਾਸਿਸ ਇੱਕ ਦਾ ਦਿੱਤਾ ਹੋਇਆ, ਇੱਕ ਦਾ ਨਹੀਂ ਦਿੱਤਾ ਹੋਇਆ, W1 W2 ਦੋਨੋਂ ਦਿੱਤੇ ਹੋਏ ਆ। ਸੋ ਇਹਨਾਂ ਨੂੰ ਵੀ ਕ੍ਰਿਸ ਕ੍ਰੋਸ ਕਰਕੇ ਉਸੇ ਤਰੀਕੇ ਦੇ ਨਾਲ ਤੁਸੀਂ ਇਸ ਨੂਮੈਰੀਕਲ ਨੂੰ ਸੋਲਵ ਕਰ ਲੈਣਾ। ਸੋ ਇਹ ਸਨ ਰਾਜੇ ਸਾਡੇ ਕੋਲ ਨੂਮੈਰੀਕਲਸ ਫੈਰਾਡੇ ਫਸਟ ਤੇ ਸੈਕਿੰਡ ਲਾ ਦੇ ਨਾਲ ਰਿਲੇਟਡ। ਅਗਲਾ ਜਿਹੜਾ ਟੌਪਿਕ ਆਪਾਂ ਡਿਸਕਸ ਕਰਾਂਗੇ ਐਪਲੀਕੇਸ਼ਨ ਆਫ ਇਲੈਕਟ੍ਰੋਲਿਸਿਸ। ਇਹ ਵੀ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰੂੰਗੀ। ਫਿਲਹਾਲ ਥੈਂਕ ਯੂ ਵੈਰੀ ਮਚ ਸਟੂਡੈਂਟਸ। ਸਤਿ ਸ਼੍ਰੀ ਅਕਾਲ ਜੀ।